ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਪੰਜਾਬੀ ਆਵਾਜ਼ ਕਹਾਣੀਆਂ ਵਿੱਚ। ਅੱਜ ਦੀ ਕਹਾਣੀ ਸਿਮਰਨ ਧਾਲੀਵਾਲ ਜੀ ਦੀ ਲਿਖੀ ਹੋਈ ਹੈ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ। ਮੀਤ ਅਜੇ ਤੱਕ ਨਹੀਂ ਉੱਠਿਆ। ਸ਼ਾਮ ਦੇ 6 ਵੱਜਣ ਵਾਲੇ ਨੇ। ਇੱਕ ਪਲ ਲਈ ਸੋਚਿਆ ਜਾ ਕੇ ਉਠਾਵਾਂ। ਇਹ ਕਿਹੜਾ ਟਾਈਮ ਹੈ ਸੌਣ ਦਾ? ਫਿਰ ਅੱਧੀ ਰਾਤ ਤੱਕ ਪਾਸੇ ਮਾਰਦਾ ਰਹੇਗਾ। ਫਿਰ ਅਗਲੇ ਹੀ ਪਲ ਲੱਗਿਆ ਪਿਆ ਰਹਿਣ ਦਿਆਂ। ਉੱਠ ਕੇ ਕਿਹੜਾ ਇਹਨੇ? ਅੱਜ ਕੱਲ੍ਹ ਵੀ ਕੁਝ ਬੁਰਾ ਨਹੀਂ ਲੱਗਦਾ। ਸੋਚਦੀਆਂ ਜੋ ਹੈ ਬਸ ਠੀਕ ਹੈ। ਹੁਣ ਜਿਵੇਂ ਥੱਕ ਗਈ ਹੋਵਾਂ। ਕਦੇ ਕਿਸੇ ਪਲ ਤਰਸ ਭਾਵ ਪੈਦਾ ਹੋਣ ਲੱਗਦਾ ਹੈ ਮੀਤ ਲਈ। ਸੋਚਦੀਆਂ ਬਸ ਜੀ ਲਏ ਆਪਣੀ ਮਰਜ਼ੀ ਨਾਲ। ਮੈਂ ਵੀ ਬਹੁਤੀ ਵਾਰ ਘਰੇ ਲੇਟ ਹੀ ਮੁੜਦੀ ਹਾਂ। ਸਕੂਲ ਤੋਂ ਸਿੱਧਾ ਦਿਸ਼ਾ ਸੈਂਟਰ ਚਲੀ ਜਾਂਦੀ ਹਾਂ। ਅੱਜ ਰਾਜਵੀਰ ਨਾਲ ਸ਼ਾਪਿੰਗ ਕਰਨ ਲਈ ਚਲੀ ਗਈ। ਅਗਲੇ ਹਫ਼ਤੇ ਉਹ ਕੈਨੇਡਾ ਜਾ ਰਿਹਾ ਕਿਸੇ ਕਾਨਫਰੰਸ ਲਈ। ਸ਼ਾਪਿੰਗ ਮੁਕਾ ਕੇ ਅਸੀਂ ਕੌਫੀ ਪੀਣ ਲਈ ਰੁਕ ਗਏ। ਕੰਮ ਵਾਲੀ ਕੁੜੀ ਮੈਨੂੰ ਉਡੀਕ ਰਹੀ ਸੀ। ਪਾਣੀ ਦਾ ਗਲਾਸ ਫੜਾਉਂਦਿਆਂ ਹੀ ਬੋਲੀ, ਦੀਦੀ ਮੈਂ ਜਾਵਾਂ? ਅੱਜ ਮੈਨੂੰ ਵੀ ਜਲਦੀ ਸੀ। ਚਲੀ ਜਾ, ਭਾਜੀ ਤੇਰੇ ਕਦੋਂ ਕੁ ਸੁੱਤੇ ਨੇ? ਉਹਨੂੰ ਤੁਰੀ ਜਾਂਦੀ ਨੂੰ ਮੈਂ ਪੁੱਛ ਲਿਆ। ਕੋਈ ਆਇਆ ਸੀ 2 ਕੁ ਵਜੇ। ਉਹਦੇ ਜਾਣ ਤੋਂ ਬਾਅਦ ਹੀ ਪਏ ਨੇ। ਮੈਂ ਅੱਗਿਓਂ ਕੁਝ ਨਾ ਪੁੱਛਿਆ। ਉਹ ਕਾਹਲੀ ਨਾਲ ਬੂਹਿਓਂ ਬਾਹਰ ਹੋ ਗਈ। ਮੈਂ ਉੱਠ ਕੇ ਮੂੰਹ ਹੱਥ ਧੋਤਾ, ਕੱਪੜੇ ਬਦਲੇ। ਬੈੱਡਰੂਮ ਵਿੱਚ ਜਾ ਕੇ ਦੇਖਿਆ ਕੌਣ ਆਇਆ ਸੀ ਮੀਤ ਕੋਲ। ਮੈਂ ਅੰਦਰ ਵੜਦਿਆਂ ਹੀ ਸਮਝ ਗਈ ਕਿ ਇੱਕ ਪਲ ਲਈ ਕਮਰੇ ਵਿੱਚ ਰੁਕੀ। ਮੀਤ ਦੇ ਚਿਹਰੇ ਵੱਲ ਦੇਖਿਆ। ਮਨ ਵਿੱਚ ਉਸ ਲਈ ਤਰਸ ਪੈਦਾ ਹੋਣ ਲੱਗਿਆ। ਸੋਚਿਆ ਐਵੇਂ ਹੀ ਸ਼ਾਇਦ ਵੱਸ ਦੀ ਗੱਲ ਨਹੀਂ ਤਾਂ ਖੁਦ ਹੀ ਖੂਹ ਵਿੱਚ ਕੌਣ ਸੁੱਟਦਾ। ਸੋਚ ਨੂੰ ਝਟਕ ਕੇ ਬਾਹਰ ਆ ਗਈ। ਰਸੋਈ ਵਿੱਚ ਆ ਕੇ ਚਾਹ ਬਣਾਈ। ਕੱਪ ਫੜ ਕੇ ਡਰਾਇੰਗ ਰੂਮ ਵਿੱਚ ਆ ਬੈਠੀ। ਪੂਰਾ ਘਰ ਕਿੰਨਾ ਸ਼ਾਂਤ ਲੱਗ ਰਿਹਾ ਸੀ। ਇਸੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹੀ ਮੈਂ ਮੀਤ ਨੂੰ ਨਹੀਂ ਸੀ ਉਠਾਇਆ। ਇਸ ਵੇਲੇ ਮੰਮੀ ਕੋਲ ਹੁੰਦੇ ਤਾਂ ਉਹਨਾਂ ਰਟੀ ਰਟਾਈ ਉਹੀ ਗੱਲ ਆਖਣੀ ਸੀ, ਡਿੰਪਲ ਕਿਵੇਂ ਰਹਿੰਦੇ ਤੁਸੀਂ ਇਕੱਲਿਆਂ? ਇੱਕ ਉੱਥੇ ਬਹਿ ਗਿਆ, ਦੂਜਾ ਉੱਥੇ। ਐਡਾ ਘਰ ਆ ਉਵੇਂ ਖਾਣ ਨੂੰ ਆਉਂਦਾ। ਕਦੀ ਮੈਂ ਵੀ ਇਹੀ ਸੋਚਦੀ ਸੀ। ਪਰ ਹੁਣ ਇਸ ਚੁੱਪ ਨੂੰ ਤੋੜਨ ਲਈ ਮੋਬਾਈਲ ਫੜਦੀ ਹਾਂ। ਮੋਬਾਈਲ ਡਾਟਾ ਔਨ ਕਰਦਿਆਂ ਹੀ ਵਟਸਐਪ ਤੇ ਫੇਸਬੁੱਕ 'ਤੇ ਨੋਟੀਫਿਕੇਸ਼ਨ ਦੀ ਟੀਟੀ ਹੋਣ ਲੱਗਦੀ। ਪਹਿਲਾਂ ਵਟਸਐਪ ਚੈੱਕ ਕਰਦੀ। 70 ਦੇ ਕਰੀਬ ਮੈਸੇਜ ਹੋ ਰਹੇ ਸੀ। ਵਾਰੀ ਵਾਰੀ ਸਾਰੇ ਦੇਖਦੇ। ਕੁਝ ਨਾਲ ਦੇ ਨਾਲ ਹੀ ਡਿਲੀਟ ਕਰਦੀ ਜਾਂਦੀ। ਵਟਸਐਪ ਛੱਡ ਫੇਸਬੁੱਕ ਖੋਲ੍ਹਦੀ। ਸਭ ਤੋਂ ਪਹਿਲਾਂ ਰਾਜਵੀਰ ਦੀ ਪੋਸਟ ਨਜ਼ਰੀ ਪੈਂਦੀ। ਚੈੱਕ ਇਨ ਵਿੱਚ ਉਸਨੇ ਲਿਖਿਆ ਹੋਇਆ ਕੌਫੀ ਵਿਦ ਡੈਸ਼। ਅੱਗੇ ਖਾਲੀ ਥਾਂ ਛੱਡੀ ਹੋਈ। ਡਿੰਪਲ ਖੁਦ ਹੀ ਉਸ ਦੀ ਛੱਡੀ ਥਾਂ ਭਰ ਦਿੰਦੀਆਂ। ਚਿਹਰੇ 'ਤੇ ਇੱਕ ਮੁਸਕਾਨ ਆ ਜਾਂਦੀ ਆ। ਇਹ ਵੀ ਤਾਂ ਬਹੁਤ ਅਜੀਬ ਜਿਹਾ ਅਹਿਸਾਸ ਆ। ਜਾਣਦੀ ਹਾਂ ਐਸਾ ਕੁਝ ਵੀ ਨਹੀਂ। ਫਿਰ ਵੀ ਪਤਾ ਨਹੀਂ ਕਿਉਂ ਬਹੁਤ ਕੁਝ ਮਹਿਸੂਸ ਕਰਦੀ ਹਾਂ। ਤੇਜ਼ੀ ਨਾਲ ਫੇਸਬੁੱਕ ਉੱਪਰ ਨਜ਼ਰ ਮਾਰਦੀਆਂ ਉਂਗਲਾਂ ਦੀ ਗਤੀ ਨਾਲੋਂ ਵੀ ਤੇਜ਼ ਮਨ ਦੀ ਗਤੀ ਆ। ਫੋਨ ਪਾਸੇ ਰੱਖ ਕੇ ਚਾਹ ਪੀਣ ਲੱਗਦੀ ਹਾਂ। ਫੇਸਬੁੱਕ ਨਹੀਂ, ਮੈਂ ਤਾਂ ਫੇਸ ਟੂ ਫੇਸ ਗੱਲਾਂ ਕਰਨੀਆਂ। ਮੀਤ ਦੀ 2.5 ਕੁ ਸਾਲ ਪਹਿਲਾਂ ਕਹੀ ਗਈ ਗੱਲ ਮੈਨੂੰ ਅਜੇ ਤੱਕ ਨਹੀਂ ਭੁੱਲੀ। ਸਾਡੀ ਰਿੰਗ ਸੈਰੇਮਨੀ ਤੋਂ ਬਾਅਦ ਜਦੋਂ ਅਸੀਂ ਫੋਨ 'ਤੇ ਗੱਲ ਕਰਦੇ ਹੁੰਦੇ ਸੀ, ਮੀਤ ਉਦੋਂ ਇਹ ਗੱਲ ਆਖਿਆ ਕਰਦਾ ਸੀ, ਡਿੰਪਲ ਚੱਲ ਕਿਤੇ ਘੁੰਮਣ ਚੱਲੀਏ। ਉਹ ਹਰੇਕ ਤੀਜੇ ਦਿਨ ਜਿੱਦ ਕਰਦਾ। ਮੀਤ ਮੰਮੀ ਨੂੰ ਕੀ ਕਹਾਂਗੀ? ਮੈਂ ਨਹੀਂ, ਮੈਂ ਨਾ ਕਰਨ ਲੱਗਦੀ। ਮੇਰਾ ਤੈਨੂੰ ਦੇਖਣ ਨੂੰ ਜੀ ਕਰਦਾ। ਉਹ ਬੱਚਿਆਂ ਵਾਂਗ ਜਿੱਦ ਕਰਨ ਲੱਗਦਾ। ਅੱਛਾ ਚਲੋ ਫੇਸਬੁੱਕ 'ਤੇ ਫੋਟੋ ਪਾ ਦਿੰਦੀ ਹਾਂ, ਸਾਰਾ ਦਿਨ ਦੇਖਦੇ ਰਹੋ। ਮੈਂ ਮਜ਼ਾਕ ਕਰਦੀ। ਮੀਤ ਫੇਸ ਟੂ ਫੇਸ ਮਿਲਣ ਦੀ ਗੱਲ ਕਰਦਾ, ਗੱਲਾਂ ਕਰਨ ਦੀ ਗੱਲ ਕਰਦਾ। ਹੁਣ ਕਰੋ ਫੇਸ ਟੂ ਫੇਸ ਗੱਲਾਂ। ਕੋਲ ਆ ਗਈ ਹਾਂ ਮੈਂ। ਵਿਆਹ ਤੋਂ ਬਾਅਦ ਮੀਤ ਦੇ ਗਲ ਵਿੱਚ ਬਾਹਾਂ ਪਾਉਂਦੇ ਹੋਏ ਮੈਂ ਕਿਹਾ ਸੀ। ਮੀਤ ਨੇ ਮੈਨੂੰ ਭਰ ਕਲਾਵੇ ਵਿੱਚ ਲਿਆ ਤੇ ਇੱਕ ਤਿੱਖੀ ਸਮੈਲ ਮੇਰੇ ਸਿਰ 'ਚ ਚੜ੍ਹਨ ਲੱਗੀ। ਮੀਤ ਤੁਸੀਂ। ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਮੀਤ ਨੇ ਮੇਰੀਆਂ ਅੱਖਾਂ ਪੜ੍ਹ ਲਈਆਂ ਸਨ। ਨਹੀਂ, ਤੈਨੂੰ ਪਤਾ ਮੈਂ ਡਰਿੰਕ ਤਾਂ ਕਰਦਾ ਨਹੀਂ। ਇਹ ਤਾਂ ਦੋਸਤਾਂ ਨੇ।
ਕਹਿੰਦੇ ਹੋਇਆਂ ਵਿਆਹ ਹੈ ਤੇਰਾ। ਪਰ ਮੀਤ, ਉਸ ਨੇ ਮੈਨੂੰ ਬੋਲਣ ਨਾ ਦਿੱਤਾ। ਤੇਜ਼ ਗੰਧ ਨਾਲ ਜਿਵੇਂ ਮੇਰਾ ਅੰਦਰ ਭਰ ਗਿਆ ਸੀ। ਮੀਤ, ਅੱਜ ਤੋਂ ਬਾਅਦ ਕਦੀ ਡਰਿੰਕ ਨਹੀਂ ਕਰੋਗੇ ਨਾ? ਅਗਲੇ ਦਿਨ ਮੈਂ ਮੀਤ ਕੋਲੋਂ ਵਾਅਦਾ ਮੰਗਿਆ। ਨਾ, ਕਦੇ ਨਹੀਂ। ਮੀਤ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਆਖਿਆ। ਹੱਥ ਵਿੱਚੋਂ ਕੱਪ ਡਿੱਗਦਾ ਡਿੱਗਦਾ ਮਸਾਂ ਬਚਿਆ। ਮੈਂ ਖਿਆਲਾਂ ਵਿੱਚ ਗੁਆਚ ਗਈ। ਇੱਕਦਮ ਲੱਗਿਆ ਜਿਵੇਂ ਨੀਂਦ 'ਚੋਂ ਬਾਹਰ ਆਈ ਹੋਵਾਂ। ਇੱਕ ਵਾਰ ਫਿਰ ਉੱਠ ਕੇ ਮੀਤ ਨੂੰ ਦੇਖਣ ਜਾਂਦੀ ਹਾਂ। ਮੋਢੇ ਤੋਂ ਫੜ ਕੇ ਹਿਲਾਉਂਦੀ ਹਾਂ। ਉੱਠਦਾ ਆਖ ਕੇ ਉਹ ਫਿਰ ਪਾਸਾ ਪਰਤ ਲਿਆ। ਮੈਂ ਮੁੜ ਡਰਾਇੰਗ ਰੂਮ ਵਿੱਚ ਆ ਕੇ ਬੈਠੀ। ਸੂਰਜ ਕਦੋਂ ਦਾ ਢਲ ਚੁੱਕਿਆ ਸੀ। ਸ਼ਾਮ ਗੂੜੀ ਹੋਣ ਲੱਗੀ। ਕਰਨ ਲਈ ਕੋਈ ਕੰਮ ਨਹੀਂ ਸੀ। ਸਬਜ਼ੀ ਕੰਮ ਵਾਲੀ ਬਣਾ ਗਈ ਸੀ। ਖਾਣ ਲੱਗਿਆਂ ਬਸ 4 ਫੁਲਕੇ ਹੀ ਬਣਾਉਣੇ ਸੀ। ਫਿਰ ਮੋਬਾਈਲ ਚੁੱਕ ਲੈਂਦੀ ਹਾਂ। ਰਾਜਵੀਰ ਦਾ ਮੈਸੇਜ ਆ। ਪੁੱਛ ਰਿਹਾ ਕੀ ਲੈ ਕੇ ਆਵਾਂ ਕਨੇਡਾ ਤੋਂ। ਖੁਦ ਵਾਪਸ ਆ ਜਾਵੀਂ, ਇਹੀ ਬਹੁਤ ਆ। ਲਿਖ ਕੇ ਹੇਠਾਂ ਸਮਾਈਲ ਵਾਲਾ ਆਈਕਨ ਭੇਜਦੀ ਹਾਂ। ਮੁੜ ਉਹਦਾ ਕੋਈ ਜਵਾਬ ਨਹੀਂ ਆਉਂਦਾ। ਹੋਰ ਲੋਕਾਂ ਦੇ ਆਏ ਮੈਸੇਜ ਪੜ੍ਹਨ ਲੱਗਦੀ ਹਾਂ। ਹਰ ਮੈਸੇਜ ਨਾਲ ਚਿਹਰੇ ਦਾ ਹਾਵ ਭਾਵ ਬਦਲ ਰਿਹਾ ਸੀ। ਕਿਸੇ ਚੁਟਕਲੇ 'ਤੇ ਹੱਸਣ ਲੱਗਦੀ, ਕਦੇ ਚਿਹਰੇ 'ਤੇ ਗੰਭੀਰਤਾ ਫੈਲਣ ਲੱਗਦੀ। ਮੈਂ ਖੁਦ ਹੀ ਸੋਚਣ ਲੱਗਦੀ ਕਿੰਨੀ ਸਪੇਸ ਮੱਲ ਲਈ ਹੈ ਜ਼ਿੰਦਗੀ ਵਿੱਚ ਫ਼ੋਨ ਨੇ। ਕਿਸੇ ਪਲ ਇਨਸਾਨ ਇਕੱਲ ਦਾ ਸ਼ਿਕਵਾ ਕਰਦਾ, ਕਦੇ ਦੂਜਿਆਂ ਵਿੱਚ ਬੈਠਾ ਵੀ ਖੁਦ ਨੂੰ ਇਕੱਲਿਆਂ ਕਰ ਲੈਂਦਾ। ਮੀਤ ਮੇਰੇ ਸਾਹਮਣੇ ਆ ਬੈਠਾ। ਫ਼ੋਨ ਉੱਪਰ ਨਜ਼ਰਾਂ ਗੱਡੀ ਬੈਠਾ ਹੀ ਆਖਦਾ, ਯਾਰ ਚਾਹ ਤਾਂ ਪਿਆ ਦੇ ਘੁੱਟ। ਮੈਂ ਉੱਠਦੀ ਹਾਂ, ਬਿਨਾਂ ਕੁਝ ਬੋਲੇ ਰਸੋਈ ਵਿੱਚ ਜਾ ਕੇ ਗੈਸ ਉੱਪਰ ਪਤੀਲਾ ਧਰ ਦਿੰਦੀ ਹਾਂ। ਫ਼ੋਨ ਨੂੰ ਅਨਲੌਕ ਕਰਕੇ ਦੇਖਦੀ ਹਾਂ ਪਰ ਕੋਈ ਮੈਸੇਜ ਨਹੀਂ ਆਇਆ। ਪਤੀਲੇ ਦੇ ਛੂ ਛੂ ਕਰਨ ਦੀ ਆਵਾਜ਼ ਆਈ ਤਾਂ ਧਿਆਨ ਆਇਆ ਮੈਂ ਖਾਲੀ ਪਤੀਲਾ ਗੈਸ 'ਤੇ ਧਰ ਦਿੱਤਾ ਸੀ। ਅੱਜ ਕੱਲ੍ਹ ਸੁਰਤੀ ਪਤਾ ਨਹੀਂ ਕਿੱਥੇ ਰਹਿੰਦੀ ਹੈ। ਮਨ ਵਿੱਚ ਸੋਚਦੀ ਹਾਂ। ਦੁੱਧ ਵਿੱਚ ਹੀ ਪੱਤੀ ਪਾ ਕੇ ਕੱਪ ਫੜ ਕੇ ਡਰਾਇੰਗ ਰੂਮ ਵਿੱਚ ਜਾ ਬੈਠਦੀ ਹਾਂ। ਮੀਤ ਚਾਹ ਪੀ ਰਿਹਾ। ਅਚਾਨਕ ਤੜਪਦੀ ਹਾਂ। ਕਿਹਾ ਕੁਝ? ਮੀਤ ਨੂੰ ਪੁੱਛਦੀ ਹਾਂ। ਤੂੰ ਸੁਣਿਆ ਕੁਝ? ਕੀ ਹੋਇਆ? ਠੀਕ ਹੈ? ਮੀਤ ਤਾਂ ਚੁੱਪਚਾਪ ਚਾਹ ਪੀ ਰਿਹਾ ਸੀ। ਮੈਂ ਸ਼ਾਇਦ ਖਿਆਲਾਂ ਵਿੱਚ ਗੁਆਚੀ ਹੋਈ ਸੀ। ਚਾਹ ਤਾਂ ਫਿੱਕੀ ਆ ਯਾਰ, ਖੰਡ ਨਹੀਂ ਪਾਈ। ਮੀਤ ਨੇ ਇਹ ਗੱਲ 2 ਵਾਰ ਦੁਹਰਾਈ ਪਰ ਮੈਨੂੰ ਸੁਣਿਆ ਨਹੀਂ ਸੀ। ਮੀਤ ਨੇ ਠਾਹ ਕਰਦਾ ਕੱਪ ਫਰਸ਼ 'ਤੇ ਮਾਰਿਆ। ਮੈਂ ਡਰ ਗਈ। ਧਿਆਨ ਟਿਕਾਣੇ ਵੀ ਰੱਖ ਲਿਆ ਕਰ। ਮੀਤ ਕਾਫੀ ਕੁਝ ਬੋਲਦਾ ਬਾਹਰ ਚਲਾ ਗਿਆ। ਜਦੋਂ ਮੁੜਿਆ ਉਹਦਾ ਚਿਹਰਾ ਭਖ ਰਿਹਾ ਸੀ। ਮੈਨੂੰ ਕਲਾਵੇ ਵਿੱਚ ਲੈ ਲਿਆ। ਨਾਰਾਜ਼ ਹੈ ਮੇਰੇ ਨਾਲ? ਸੌਰੀ ਬਾਬਾ, ਗੁੱਸਾ ਵੀ ਤਾਂ ਆਈ ਜਾਂਦਾ ਕਈ ਵਾਰ। ਚੱਲ ਕੋਈ ਨਾ, ਪਿਆਰ ਵੀ ਤਾਂ ਬਹੁਤ ਕਰਦਾ ਤੈਨੂੰ। ਆ ਪਿਆਰ ਕਰਾਂ। ਉਹ ਮੈਨੂੰ ਚੁੰਮਣ ਲੱਗਿਆ। ਮੀਤ ਪਲੀਜ਼, ਮੇਰਾ ਮਨ ਠੀਕ ਨਹੀਂ। ਹੁਣ ਨਹੀਂ, ਮੈਂ ਤਰਲਾ ਲਿਆ। ਲੈ ਕਮਲੀ, ਫਿਰ ਕਹਿੰਦੀ ਐ ਮੈਂ ਪਿਆਰ ਨਹੀਂ ਕਰਦਾ। ਮੈਂ ਬੇਜਵਾਨ ਪਈ ਸੀ। ਮੀਤ ਅਲੱਗ ਹੋ ਕੇ ਕੱਪੜੇ ਪਾਉਣ ਲੱਗਾ। ਮੇਰੀਆਂ ਅੱਖਾਂ 'ਚ ਹੰਝੂ ਆ ਗਏ ਸੀ। ਬਾਜ਼ਾਰ ਤੱਕ ਚੱਲਿਆ, ਲਿਆਉਣਾ ਕੁਝ? ਚਾਹ ਵਾਲਾ ਖਾਲੀ ਕੱਪ ਮੀਤ ਨੇ ਟੇਬਲ 'ਤੇ ਰੱਖਦਿਆਂ ਪੁੱਛਿਆ। ਮੇਰੀ ਸੁਰਤੀ ਟੁੱਟੀ। ਮੈਂ ਹੇਠਾਂ ਨਜ਼ਰ ਮਾਰੀ, ਫਰਸ਼ ਤਾਂ ਸਾਫ਼ ਸੀ। ਮੇਰੇ ਜ਼ਿਹਨ ਵਿੱਚ 2 ਹਫ਼ਤੇ ਪਹਿਲਾਂ ਵਾਲੀ ਘਟਨਾ ਖਬਰੇ ਕਿਉਂ ਆ ਨਿਕਲਦੀ। ਨਹੀਂ, ਕੁਝ ਨਹੀਂ, ਜਲਦੀ ਆ ਜਾਇਓ, ਮੈਂ ਨਾ ਚਾਹੁੰਦੇ ਹੋਏ ਵੀ ਆਖ ਦਿੱਤਾ। ਤੇ ਮੈਂ ਜਾਣਦੀ ਹਾਂ ਮੀਤ ਨੇ ਬਸ ਕਹਿਣ ਲਈ ਹੀ ਹਾਂ ਕਿਹਾ ਸੀ। ਬਸ ਗਿਆ ਤੇ ਆਇਆ, ਜਿਵੇਂ ਹੁਣੇ ਰਾਜਵੀਰ ਦਾ ਰਿਪਲਾਈ ਆਇਆ। ਮੈਂ ਤਾਂ ਆ ਹੀ ਜਾਣਾ ਵਾਪਸ, ਉੱਥੇ ਨਹੀਂ ਰਹਿੰਦਾ। ਤੂੰ ਗਿਫਟ ਕੀ ਲੈਣਾ ਇਹ ਦੱਸ। ਕੁਝ ਨਹੀਂ, ਟਾਈਪ ਕਰਨ ਦੀ ਥਾਂ ਬੋਲਣ ਲੱਗਦੀ ਹਾਂ। ਆਪਣੀ ਹੀ ਆਵਾਜ਼ ਨਾਲ ਡਰ ਜਾਂਦੀ ਹਾਂ। ਕੀ ਹੋਈ ਜਾਂਦਾ ਮੈਨੂੰ? ਸਹਿਮ ਜਿਹੀ ਆ ਜਾਂਦੀ ਹਾਂ। ਕੁਝ ਨਹੀਂ ਹੋਇਆ ਤੈਨੂੰ, ਵਹਿਮ ਕਰਦੀ ਹਾਂ ਐਵੇਂ। ਮੇਰੇ ਵਾਰ-ਵਾਰ ਕਹਿਣ 'ਤੇ ਮੀਤ ਉਸ ਦਿਨ ਖਿਝ ਕੇ ਉੱਠਿਆ ਸੀ। ਫਿਰ ਚਿਹਰਾ ਇੰਨਾ ਲਾਲ ਕਿਵੇਂ ਆ? ਆਪਣੀਆਂ ਅੱਖਾਂ ਦੇਖੋ। ਮੈਂ ਆਪਣੀਆਂ ਬਾਹਾਂ ਅੱਗੇ ਕੀਤੀਆਂ, ਗੋਰੀਆਂ ਬਾਹਾਂ ਥਾਂ-ਥਾਂ ਤੋਂ ਲਾਲ ਹੋਈਆਂ ਪਈਆਂ ਸੀ। ਕਿਵੇਂ ਖਾਣ ਵਾਲਿਆਂ ਵਾਂਗ ਕੀਤਾ ਤੁਸੀਂ ਅੱਜ ਮੈਨੂੰ। ਮੀਤ ਪਾਗਲਾਂ ਵਾਂਗ ਹੱਸਣ ਲੱਗਿਆ। ਐਕਸਾਈਟਮੈਂਟ ਤਾਂ ਵੀ ਕੋਈ ਚੀਜ਼ ਹੁੰਦੀ ਆ ਕਿ ਨਹੀਂ? ਇਹ ਤਾਂ ਮੁਹੱਬਤ ਦਾ ਸਬੂਤ ਆ। ਮੀਤ ਨੇ ਸੌਹਾਂ ਖਾਧੀਆਂ, ਪਰ ਜਿਸ ਦਿਨ ਉੱਪਰਲੇ ਰੂਮ ਵਿੱਚ ਮਾਚਿਸ ਦੀਆਂ ਤਿੱਲੀਆਂ ਤੇ ਸਿਲਵਰ ਪੇਪਰ ਦੇ ਟੁਕੜੇ ਮਿਲੇ, ਉਸ ਦਿਨ ਇਸ ਤੋਂ ਵੱਡੇ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਸੀ ਰਹੀ ਮੈਨੂੰ। ਮੀਤ ਬੱਚਿਆਂ ਵਾਂਗ ਰੋਣ ਲੱਗਿਆ। ਡਿੰਪਲ, ਮੈਂ ਸਭ ਛੱਡਣਾ ਚਾਹੁੰਦਾ।
ਬਚਾ ਲਾ ਮੈਨੂੰ। ਉਸ ਦੀ ਆਵਾਜ਼ ਵਿੱਚ ਤਰਲਾ ਸੀ। ਮੈਂ ਪਿੰਡ ਗੱਲ ਕੀਤੀ, ਬਾਹਰ ਮੀਤ ਦੀ ਮੰਮੀ ਨਾਲ ਗੱਲ ਕੀਤੀ, ਆਪਣੇ ਬ੍ਰਦਰ ਨੂੰ ਬੁਲਾ ਲਿਆ। ਮੀਤ ਨੂੰ ਡੀ ਅਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਦਿੱਤਾ। 2 ਮਹੀਨੇ ਇਸੇ ਤਰ੍ਹਾਂ ਨਿਕਲੇ। ਕਦੇ ਮੰਮੀ ਮੇਰੇ ਕੋਲ ਆ ਜਾਂਦੇ, ਕਦੇ ਬ੍ਰਦਰ। ਮੰਮੀ ਆਉਂਦੇ ਤਾਂ ਹਰ ਵਾਰ ਮੇਰੀ ਹਾਲਤ 'ਤੇ ਝੁਰਨ ਲੱਗਦੀ। ਕੀ ਪਤਾ ਸੀ ਧੀਏ, ਉਦੋਂ ਤਾਂ ਗੁਣ ਗਾਉਂਦੇ ਨਹੀਂ ਸੀ ਥੱਕਦੇ। ਆਪ ਵੀ ਸੋਚਿਆ ਹੋਏ ਵਾਲੇ ਨੇ, ਅਸੀਂ ਕੋਈ ਮਾੜਾ ਹੀ ਘਰ ਲੱਭ ਲੈਂਦੇ। ਉਸ ਪਲ ਮੈਨੂੰ ਰਾਜਵੀਰ ਦੀ ਯਾਦ ਆ ਜਾਂਦੀ। ਅਸੀਂ ਬਹੁਤ ਚੰਗੇ ਦੋਸਤ ਸੀ। ਮੈਂ ਮਨ ਹੀ ਮਨ ਰਾਜਵੀਰ ਨੂੰ ਪਸੰਦ ਕਰਦੀ ਸੀ ਤੇ ਪਸੰਦ ਤਾਂ ਰਾਜਵੀਰ ਵੀ ਮੈਨੂੰ ਕਰਦਾ ਸੀ। ਮੈਂ ਜਾਣਦੀ ਸੀ, ਪਰ ਮੈਂ ਘਰੇ ਗੱਲ ਕਰਨ ਦੀ ਹਿੰਮਤ ਨਾ ਕੀਤੀ। ਕਾਲਜ ਤੋਂ ਬਾਅਦ ਰਾਜਵੀਰ ਕਿਧਰੇ ਅਲੋਪ ਹੀ ਹੋ ਗਿਆ। ਸ਼ਾਇਦ ਉਸ ਵੇਲੇ ਹਿੰਮਤ ਕਰ ਲੈਂਦੀ ਤਾਂ। ਮੀਤ ਬਾਰੇ ਸੋਚਦਿਆਂ ਮੈਨੂੰ ਇੰਜ ਲੱਗਣ ਲੱਗਦਾ ਮੰਮੀ ਦੀਆਂ ਗੱਲਾਂ ਹੋਰ ਜ਼ਿਆਦਾ ਉਦਾਸ ਕਰ ਦਿੰਦੀਆਂ। ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਸੀ। ਮੈਂ ਮਹੀਨਾ ਭਰ ਘਰ ਰਹੀ। ਮੀਤ ਦਾ ਖਿਆਲ ਰੱਖਦੀ, ਆਖਦੀ ਮੀਤ ਗਲਤੀਆਂ ਤਾਂ ਸਭ ਕੋਲੋਂ ਹੋ ਜਾਂਦੀਆਂ ਨੇ। ਜੋ ਹੋ ਗਿਆ ਉਹਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ। ਇਹ ਰਸਤਾ ਤਾਂ ਬਰਬਾਦੀ ਵੱਲ ਜਾਂਦਾ ਹੈ। ਬਰਬਾਦੀ ਦੇ ਅਗਲੇ ਰਾਹ 'ਤੇ ਤਾਂ ਉਹ ਆਪ ਹੀ ਚੱਲ ਪਿਆ ਸੀ। ਡੀ ਅਡਿਕਸ਼ਨ ਦੀ ਬਲੱਡ ਰਿਪੋਰਟ ਦੇਖ ਕੇ ਮੇਰਾ ਆਪਾ ਖਿੰਡਣ ਲੱਗਦਾ। ਮੀਤ ਨੇ ਵਾਅਦਾ ਤਾਂ ਕੀਤਾ, ਪਰ ਉਹਦੇ ਵਾਅਦੇ ਪੂਰੇ ਨਾ ਹੋਏ। ਡਿੰਪਲ ਬਸ 2 ਪੈਗ ਘਰੇ ਬੈਠ ਕੇ ਪੀਊ, ਹੌਲੀ ਹੌਲੀ ਇਹ ਛੱਡ ਦਿਓ। ਮੇਰੇ ਸਾਹਮਣੇ ਡਰਿੰਕ ਨਾ ਕਰਨ ਵਾਲਾ ਓਲਾ ਵੀ ਚੁੱਕਿਆ ਗਿਆ ਸੀ। ਚੱਲ ਮੈਡੀਕਲ ਨਸ਼ਾ ਤਾਂ ਨਹੀਂ ਕਰਦਾ ਕੋਈ, ਸ਼ਰਾਬ ਹੀ ਪੀਂਦਾ, ਸਾਰੇ ਹੀ ਪੀਂਦੇ ਆ। ਬਾਹਰੋਂ ਮੀਤ ਦੀ ਮੰਮੀ ਮੈਨੂੰ ਸਮਝਾਉਂਦੀ, ਪਰ ਮੈਨੂੰ ਜਿਵੇਂ ਕੁਝ ਸਮਝ ਨਹੀਂ ਸੀ ਆਉਂਦਾ। ਉਹ ਗੱਲ ਕਿਸੇ ਹੋਰ ਨੂੰ ਨਾ ਦੱਸਣ ਲਈ ਮੀਤ ਤਰਲੇ ਲੈਂਦਾ। ਮੇਰਾ ਸਿਰ ਭਾਰਾ ਹੋਇਆ ਰਹਿੰਦਾ। ਕਈ ਤਰ੍ਹਾਂ ਦੀਆਂ ਸੋਚਾਂ ਦਿਮਾਗ ਵਿੱਚ ਭੁਚਾਲ ਮਚਾਈ ਰੱਖਦੀਆਂ ਤੇ ਘਰ ਵਿੱਚ ਭੁਚਾਲ ਮੀਤ ਪੈਦਾ ਕਰੀ ਰੱਖਦਾ ਸੀ। ਕਦੀ ਰੋਟੀ ਠੰਡੀ ਦੇ ਬਹਾਨੇ, ਕਦੇ ਸਬਜ਼ੀ ਵਿੱਚ ਲੂਣ ਘੱਟ ਹੋਣ ਦੇ ਬਹਾਨੇ। ਮੈਂ ਹੈਰਾਨ ਹੁੰਦੀ ਹੌਲੀ ਹੌਲੀ ਹੈਰਾਨੀ ਪਰੇਸ਼ਾਨੀ ਵਿੱਚ ਵੱਟ ਗਈ। ਘਰ ਦਾ ਮਾਹੌਲ ਬਦਲਣ ਲੱਗਿਆ। ਛੁੱਟੀਆਂ ਮਗਰੋਂ ਮੈਂ ਇੱਕ ਦਿਨ ਸਕੂਲ ਤੋਂ ਮੁੜੀ ਤਾਂ ਦੇਖਿਆ ਮੀਤ ਦੇ ਨਾਲ 2 ਹੋਰ ਜਣੇ ਡਰਾਇੰਗ ਰੂਮ ਵਿੱਚ ਬੈਠੇ ਸਨ। ਦਰਵਾਜ਼ੇ ਅੱਗਿਓਂ ਲੰਘੀ ਤਾਂ ਸਿਗਰਟ ਦੀ ਤੇਜ਼ ਸਮੈਲ ਨੱਕ ਨੂੰ ਚੜ੍ਹਨ ਲੱਗੀ। ਮੈਂ ਅੰਦਰ ਜਾ ਕੇ ਪੈ ਗਈ। ਸਿਰ ਭਾਰਾ ਹੋਣ ਲੱਗਿਆ। ਪਿਆਂ ਕਦ ਨੀਂਦ ਆ ਗਈ ਪਤਾ ਹੀ ਨਾ ਲੱਗਿਆ। ਜਦੋਂ ਅੱਖ ਖੁੱਲੀ ਤਾਂ ਮੀਤ ਮੇਰੇ ਸਿਰਹਾਣੇ ਬੈਠਾ ਸੀ। ਕੀ ਗੱਲ, ਅੱਜ ਉੱਠਣਾ ਨਹੀਂ? ਉਹਦੀਆਂ ਅੱਖਾਂ ਮੀਚਦੀਆਂ ਪਈਆਂ ਸੀ ਤੇ ਚਿਹਰਾ ਲਾਲ ਸੀ। ਮੀਤ ਅੱਜ ਫੇਰ ਕੀ? ਸਾਰੀ ਦੁਨੀਆ ਹੀ ਖਾਂਦੀ ਪੀਂਦੀ ਆ, ਐਵੇਂ ਟੈਨਸ਼ਨ ਨਹੀਂ ਲਈਦੀ। ਬੁੜਾ ਬਥੇਰੇ ਪੈਸੇ ਭੇਜਦਾ ਬਾਹਰੋਂ। ਮੀਤ ਨੇ ਮੈਨੂੰ ਕੋਲ ਖਿੱਚ ਲਿਆ। ਮੈਨੂੰ ਜਿਵੇਂ ਕੌਫਤ ਆਉਣ ਲੱਗੀ। ਮੀਤ ਪਲੀਜ਼, ਹਰ ਗੱਲ ਦਾ ਕੋਈ ਟਾਈਮ ਹੁੰਦਾ। ਮੈਂ ਦੂਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਮੀਤ ਨਹੀਂ ਸੀ, ਨਾ ਹੀ ਉਸ ਨੂੰ ਚੰਗੇ ਮਾੜੀ ਦੀ ਹੋਸ਼ ਸੀ। ਉਹ ਇਸ ਸਾਰੇ ਕੁਝ ਨੂੰ ਪਿਆਰ ਦਾ ਨਾਮ ਦਿੰਦਾ, ਪਰ ਪਿਆਰ ਸ਼ਬਦ ਅਰਥ ਮੇਰੀ ਡਿਕਸ਼ਨਰੀ ਵਿੱਚ ਕੁਝ ਹੋਰ ਸੀ। ਮੋਬਾਈਲ 'ਤੇ ਫਿਰ ਟੀਟੀ ਹੋਈ। ਰਾਜਵੀਰ ਦਾ ਮੈਸੇਜ ਆ, ਕੋਈ ਪਤੀ ਪਤਨੀ ਦੇ ਸੰਬੰਧਾਂ ਦਾ ਜੋਕ ਹੈ। ਪੜ੍ਹ ਕੇ ਹੱਸਦੀ ਹਾਂ। ਕਿੰਨੇ ਹੀ ਸਾਲਾਂ ਬਾਅਦ ਰਾਜਵੀਰ ਫੇਸਬੁੱਕ 'ਤੇ ਮਿਲਿਆ ਸੀ। ਅਚਾਨਕ ਫੇਸਬੁੱਕ ਫੋਲਦਿਆਂ ਮੈਨੂੰ ਰਾਜਵੀਰ ਦੀ ਤਸਵੀਰ ਦਿਸੀ। ਪ੍ਰੋਫਾਈਲ ਦੇਖੀ ਤੇ ਫਰੈਂਡ ਰਿਕੁਐਸਟ ਭੇਜੀ। ਸਾਡੇ ਵਿਚਕਾਰ ਲੰਮੀ ਚੈਟ ਹੋਈ ਤੇ ਫਿਰ ਰਾਜਵੀਰ ਦਾ ਨੰਬਰ ਲੈ ਕੇ ਸਕੂਲ ਟਾਈਮ ਉਸੇ ਨੂੰ ਫੋਨ ਕੀਤਾ। ਪਤਾ ਲੱਗਾ ਕਾਲਜ ਤੋਂ ਨਿਕਲ ਕੇ ਉਹ ਦਿੱਲੀ ਕਿਸੇ ਕਾਲਜ ਵਿੱਚ ਲੈਕਚਰਾਰ ਜਾ ਲੱਗਿਆ ਸੀ। ਅੱਜ ਕੱਲ੍ਹ ਇਸੇ ਸ਼ਹਿਰ ਵਿੱਚ ਆ ਗਿਆ। 6 ਮਹੀਨੇ ਪਹਿਲਾਂ। ਕਿੱਥੇ ਅਲੋਪ ਹੋ ਗਿਆ ਸੀ ਰਾਜਵੀਰ? ਕਿੰਨੇ ਸਾਲ ਬੀਤ ਗਏ। ਬਸ ਮਕਸਦ ਹੀ ਨਹੀਂ ਸੀ ਕੋਈ ਦਿਸਦਾ ਜ਼ਿੰਦਗੀ ਦਾ। ਤੇਰੇ ਵਿਆਹ ਕਰਾਉਣ ਦਾ ਪਤਾ ਲੱਗਿਆ ਸੀ, ਉਦੋਂ ਤਾਂ ਪੰਜਾਬ ਵਿੱਚ ਹੀ ਸੀ। ਲੇਟ ਵਾਲੇ ਮੁਤਾਬਕ ਕਬੂਲ ਕਰ ਲੈ ਤੇ ਤੇਰੀ ਮੈਰਿਜ। ਬਸ ਕੋਈ ਐਸਾ ਮਿਲਿਆ ਨਹੀਂ ਜਿਸ ਨਾਲ ਜ਼ਿੰਦਗੀ ਕੱਟੀ ਜਾ ਸਕਦੀ ਹੋਵੇ। ਇੱਕ ਦੂਜੇ ਦਾ ਬਹੁਤ ਕੁਝ ਅਸੀਂ ਬਿਨ ਕਿਹਾ ਵੀ ਸਮਝ ਸਕਦੇ ਸੀ। 2-4 ਦਿਨਾਂ ਬਾਅਦ ਰਾਜਵੀਰ ਮੈਨੂੰ ਮਿਲਣ ਆ ਗਿਆ। ਉਸ ਨੂੰ ਇੰਨੇ ਸਾਲਾਂ ਬਾਅਦ ਦੇਖ ਕੇ ਅਚੇਤ ਦੱਬਿਆ ਕਿੰਨਾ ਕੁਝ ਮੁੜ ਅੱਖਾਂ ਸਾਹਮਣੇ ਸਾਕਾਰ ਹੋ ਗਿਆ। ਮੈਂ ਸੋਚਦੀ ਰਾਜਵੀਰ ਨਾਲ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਦੇ ਅਰਥ ਕੁਝ ਹੋਰ ਹੋਣੇ ਸੀ। ਕੁਝ ਨਹੀਂ ਹੁੰਦਾ, ਤੂੰ ਛੱਡ ਦੇ ਜੌਬ, ਖਿਆਲ ਰੱਖ ਉਹਦਾ। ਪੈਸੇ ਮੈਂ ਇੱਥੋਂ ਭੇਜ ਦਿਆ ਕਰੂ। ਮੀਤ ਦੇ ਮੰਮੀ ਜਦੋਂ ਵੀ ਫੋਨ ਕਰਦੇ ਹਮੇਸ਼ਾ ਆਹੀ ਆਖਦੇ।
ਮੈਂ ਸੁਣ ਲੈਂਦੀ, ਪਰ ਚੁੱਪ ਰਹਿੰਦੀ। ਮਨ ਵਿੱਚ ਸੋਚਦੀ, ਮੈਨੂੰ ਭੁੱਖ ਨਹੀਂ ਤੁਹਾਡੇ ਡਾਲਰਾਂ ਦੀ। ਮੁੰਡਾ ਤਾਂ ਧੀਏ ਬਾਹਰਲੇ ਡਾਲਰਾਂ ਨੇ ਵਿਗਾੜਿਆ। ਤੂੰ ਕਹੇਂਗੀ ਚਾਚੀ ਕੀ ਕਹਿੰਦੀ। ਮੀਤ ਹੁਣਾਂ ਦੇ ਸ਼ਰੀਕੇ 'ਚੋਂ ਲੱਗਦੀ ਚਾਚੀ ਕਈ ਵਾਰ ਦੁਪਹਿਰੇ ਆ ਕੇ ਗੱਲਾਂ ਲੱਗ ਜਾਂਦੀ। ਸਭ ਕਸੂਰ ਤੇਰੇ ਸੱਸ ਸਹੁਰੇ ਦਾ। ਜਦੋਂ ਵੱਡਾ ਬਾਹਰ ਸੀ, ਇਹਨੇ ਇੱਥੇ ਕੀ ਕਰਨਾ ਸੀ? ਆਖੇ ਜ਼ਮੀਨ ਜਾਇਦਾਦ ਨਹੀਂ ਛੱਡ ਕੇ ਜਾਣੀ। ਇਹਨੂੰ ਇੱਥੇ ਸ਼ੋਰੂਮ ਖੋਲ੍ਹ ਦਿੱਤਾ, ਬਸ ਉਦੋਂ ਹੀ ਮਾੜੀ ਬਹਿਣੀ ਬੈਠਾ। ਪੁੱਛਣ ਵਾਲਾ ਹੈ ਕੋਈ ਨਹੀਂ ਸੀ। ਗੱਲ ਕੀਤਿਆਂ ਤਾਂ ਚੁਗਲੀ ਹੁੰਦੀ ਆ। ਇਹ ਤਾਂ ਮੁੰਡਾ ਵਿਆਹ ਲਿਆ, ਸੋਚਦੇ ਹੋਣੇ ਬਈ ਚੱਲ ਜਵਾਕ ਚੱਲਾ ਹੋ ਜੂ, ਪਰ ਤੇਰੀ ਕੀ ਕਸੂਰ ਧੀਏ? ਸ਼ਰਾਬੀ ਕਬਾਬੀ ਨਾਲ ਕੱਟਣੀ ਸੌਖੀ ਪਈ ਹੈ ਕਿਤੇ? ਇਹ ਤਾਂ ਤੂੰ ਜਾਣਦੀ ਏ ਜਾਂ ਰੱਬ। ਮੈਂ ਤਾਂ ਉਹ ਕੁਝ ਵੀ ਨਹੀਂ ਸੀ ਜਾਣਦੀ ਜੋ ਮੈਂ ਕਿਸੇ ਨੂੰ ਨਹੀਂ ਸੀ ਦੱਸਿਆ, ਆਪਣੇ ਮੰਮੀ ਨੂੰ ਵੀ ਨਹੀਂ। ਪਰ ਹੁਣ ਇਹ ਗੱਲਾਂ ਸੁਣੀਆਂ ਨਾ ਸੁਣੀਆਂ ਇੱਕ ਬਰਾਬਰ ਸਨ। ਡੀ ਐਡਿਕਸ਼ਨ ਤੋਂ ਆ ਕੇ ਉਹਨੇ ਮਹੀਨਾ ਕੁ ਕੰਟਰੋਲ ਕੀਤਾ, ਮਸਾਂ। ਮੁੜ ਉਹੀ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਕਿੰਨੀ ਕੁ ਰਾਖੀ ਕਰਦੀ ਉਹਦੀ। ਮੈਂ ਇਕੱਲੀ ਬੈਠੀ ਉਡੀਕਦੀ ਰਹਿੰਦੀ। ਮੀਤ ਘਰ ਮੁੜਦਾ, ਨਸ਼ੇ ਵਿੱਚ ਹੁੰਦਾ। ਹੌਲੀ ਹੌਲੀ ਇਹ ਸਾਰਾ ਕੁਝ ਆਮ ਹੋ ਗਿਆ ਸੀ। ਮੇਰੇ ਸਕੂਲੋਂ ਮੁੜਨ ਤੋਂ ਪਹਿਲਾਂ ਮੀਤ ਘਰੋਂ ਨਿਕਲ ਜਾਂਦਾ ਸੀ। ਮੈਂ ਕਦੇ ਟੀਵੀ ਦੇਖਦੀ, ਕਦੇ ਫੇਸਬੁੱਕ ਖੋਲ੍ਹਦੀ। ਘਰ ਖਾਣ ਨੂੰ ਆਉਂਦਾ, ਰਾਜਵੀਰ ਨਾਲ ਗੱਲਾਂ ਕਰਨ ਲੱਗਦੀ ਤਾਂ ਮਨ ਨੂੰ ਸਕੂਨ ਮਿਲਦਾ। ਮੈਂ ਜਾਣਦਾ ਡਿੰਪਲ, ਮੈਂ ਤੇਰੇ ਨਾਲ ਗਲਤ ਕੀਤਾ, ਪਰ ਮੇਰੇ ਵੱਸ ਦੀ ਗੱਲ ਨਹੀਂ, ਮੈਨੂੰ ਮਾफ़ ਕਰ ਦੇ। ਮੀਤ ਮਾਫੀਆਂ ਮੰਗਦਾ, ਪਰ ਸਾਡੇ ਮਨ ਵਿਚਲੀ ਇਹੀ ਦੂਰੀ ਵੱਧਦੀ ਤੇ ਤੁਰੀ ਜਾਂਦੀ। ਘਰ ਜਿਵੇਂ ਘਰ ਨਾ ਰਿਹਾ। ਮੀਤ ਆਪਣੇ ਦੋਸਤਾਂ ਨੂੰ ਬੁਲਾ ਲੈਂਦਾ, ਸ਼ਰਾਬ ਪੀਤੀ ਜਾਂਦੀ, ਸਿਗਰਟ ਦੀ ਸਮੈਲ ਘਰ ਵਿੱਚ ਫੈਲਣ ਲੱਗਦੀ। ਸਫਾਈਆਂ ਕਰਦੀ ਕੰਮ ਵਾਲੀ ਦੱਸਦੀ ਕਿ ਕਮਰੇ 'ਚੋਂ ਸਰਿੰਜਾਂ ਮਿਲੀਆਂ ਨੇ। ਸਿਲਵਰ ਪੇਪਰ ਉਹ ਨਿੱਤ ਹੂੰਝਦੀ। ਮੀਤ ਪਿਆਰ ਦਿਖਾਉਂਦਾ, ਪਰ ਮੈਨੂੰ ਜਿਵੇਂ ਕੁਝ ਵੀ ਚੰਗਾ ਨਾ ਲੱਗਦਾ। ਮੈਨੂੰ ਇਸ ਸਭ ਦੀ ਜ਼ਰੂਰਤ ਨਹੀਂ ਮੀਤ, ਪਰ ਸੁਣਨ ਤੇ ਸਮਝਣਾ ਮੀਤ ਦੇ ਵੱਸ ਦੀ ਗੱਲ ਨਹੀਂ ਸੀ ਰਹੀ। ਮੇਰਾ ਅੰਦਰ ਕੁੜੱਤਣ ਨਾਲ ਭਰ ਗਿਆ ਸੀ। ਤੁਸੀਂ ਬੱਚਾ ਕਿਉਂ ਨਹੀਂ ਕਰਦੇ? ਘੱਟੋ ਘੱਟ ਬੀਜੀ ਤਾਂ ਰਹੋਗੇ, ਮੇਰੇ ਨਾਲ ਵਾਲੀ ਮੈਡਮ ਅਕਸਰ ਆਖਣ ਲੱਗਦੀ। ਪਰ ਹਕੀਕਤ ਮੈਂ ਹੀ ਜਾਣਦੀ ਹਾਂ। ਮੈਂ ਆਉਣ ਵਾਲੇ ਕੱਲ੍ਹ ਦੀ ਕਲਪਨਾ ਕਰਦੀ ਹੋਈ ਕੰਬ ਜਾਂਦੀ ਹਾਂ। ਮੈਨੂੰ ਸਾਡੇ ਸਕੂਲ ਵਾਲੀ ਮਿਡ ਡੇ ਵਾਲੀ ਵਰਕਰ ਯਾਦ ਆ ਜਾਂਦੀ। ਉਹਦਾ ਘਰ ਵਾਲਾ ਵੀ ਤਾਂ ਆਹੀ ਕੁਝ ਕਰਦਾ ਸੀ। ਉਹ ਨਿੱਤ ਆਪਣੇ ਘਰ ਦੀ ਕਥਾ ਛੇੜ ਕੇ ਬੈਠਦੀ। ਹਰ ਰੋਜ਼ ਸਟਾਫ ਤੋਂ ਪੈਸੇ ਮੰਗਦੀ। ਸਕੂਲ ਨਾ ਹੁੰਦਾ ਤਾਂ ਸ਼ਾਇਦ ਬੱਚੇ ਰੋਟੀ ਖਾਣ ਨੂੰ ਵੀ ਤਰਸਦੇ। ਬੱਚਿਆਂ ਦਾ ਖਾਣਾ ਬਣਾ ਕੇ ਉਹ ਘਰ ਜੋਗਾ ਵੀ ਲੈ ਜਾਂਦੀ। ਆਰਥਿਕ ਤੰਗੀ ਦੀ ਸਤਾਈ ਉਹ ਮੇਰੇ ਕੋਲ ਬੈਠੀ ਹੰਝੂ ਕੇਰਦੀ। ਉਹਦੀ ਤਕਲੀਫ ਮੇਰੇ ਤੋਂ ਵੱਧ ਕੌਣ ਸਮਝਦਾ? ਮੈਂ ਮਨ ਵਿੱਚ ਆਖਦੀ, ਬਿਮਲਾ ਆਪਾਂ ਤਾਂ ਇੱਕੋ ਜਿਹੀਆਂ। ਮੀਤ ਦੀ ਮੰਮੀ ਨੇ ਬਾਹਰੋਂ ਪੈਸੇ ਭੇਜਣੇ ਬੰਦ ਕਰ ਦਿੱਤੇ। ਤਨਖਾਹ ਨਾਲ ਘਰ ਦਾ ਗੁਜ਼ਾਰਾ ਚੱਲਦਾ, ਪਰ ਮੀਤ ਦੇ ਨਸ਼ੇ ਮੈਂ ਕਿਵੇਂ ਪੂਰੇ ਕਰਦੀ? ਪੈਸਿਆਂ ਪਿੱਛੇ ਸਾਡੇ ਵਿੱਚ ਕਲੇਸ਼ ਹੁੰਦਾ, ਤੇ ਮਹਾਂ ਕਲੇਸ਼ ਘਰ ਵਿੱਚ ਉਦੋਂ ਛਿੜਿਆ ਜਦੋਂ ਡਲ ਕੇ ਜਿਊਲਰ ਤੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਫਸਟ ਮੈਰਿਜ ਐਨਵਰਸਰੀ 'ਤੇ ਬਣਾਇਆ ਨੈਕਲਸ ਮੀਤ ਉਹਨਾਂ ਕੋਲ ਵੇਚ ਆਇਆ ਸੀ। ਮੈਂ ਜਿਊਲਰ ਕੋਲੇ ਫਿੱਕਾ ਜਿਹਾ ਮੁਸਕਰਾਈ, ਪਰ ਘਰ ਆ ਕੇ ਸੇਫ ਖੋਲ੍ਹੀ ਤਾਂ ਦੇਖਿਆ ਸੱਚਮੁੱਚ ਮੈਂ ਇਕੱਲੀ ਬੈਠੀ ਰੋਂਦੀ ਰਹੀ। ਨੈਕਲਸ ਦੇ ਪੈਸਿਆਂ ਨਾਲ ਮੀਤ ਦੇ ਕੁਝ ਦਿਨ ਤਾਂ ਸੌਖੇ ਨਿਕਲੇ। ਮੁੜ ਉਹੀ ਕਿਚ-ਕਿਚ ਸ਼ੁਰੂ ਹੋ ਗਈ। ਮੀਤ ਆਪਣੇ ਦੋਸਤਾਂ ਕੋਲੋਂ ਉਧਾਰ ਫੜਨ ਲੱਗਦਾ। ਮੀਤ ਦਾ ਇੱਕ ਦੋਸਤ ਅਕਸਰ ਘਰ ਆਉਂਦਾ, ਗੰਜਾ ਜਿਹਾ, ਗੁੰਡਿਆਂ ਵਰਗਾ ਲੱਗਦਾ ਸੀ। ਮੈਨੂੰ ਘਰ ਵਿੱਚ ਤੁਰੀ ਫਿਰਦੀ ਨੂੰ ਦੇਖਦਾ। ਮੈਂ ਮੀਤ ਨੂੰ ਆਖਦੀ, ਪਰ ਉਹ ਕੋਈ ਪਰਵਾਹ ਨਾ ਕਰਦਾ। ਖਾ ਤਾਂ ਨਹੀਂ ਚੱਲਿਆ ਤੈਨੂੰ? ਮੈਂ ਵੀ ਕੋਲੇ ਬੈਠਾ ਹੁੰਨਾ। ਉਹ ਰੁੱਖਾ ਜਿਹਾ ਬੋਲਦਾ। ਮੈਂ ਮੰਮੀ ਕੋਲੇ ਰੋਂਦੀ ਆਖਦੀ, ਮੈਨੂੰ ਇਸ ਨਰਕ 'ਚੋਂ ਕੱਢ ਲਓ। ਮੰਮੀ ਮਨ ਭਰ ਆਉਂਦੀ, ਘਰ ਧੀਏ ਬੰਨਣੇ ਕਿਤੇ ਸੌਖੇ ਨੇ। ਪਿਓ ਤੇਰਾ ਸਿਰ 'ਤੇ ਹੁੰਦਾ ਤਾਂ ਗੱਲ ਹੋਰ ਸੀ। ਮੇਰੀਆਂ ਆਂਦਰਾਂ ਕਿਤੇ ਘੱਟ ਕਲਪਦੀਆਂ ਨੇ। ਉਹਨਾਂ ਦੀ ਆਪਣੀ ਮਜਬੂਰੀ ਸੀ, ਪਰ ਮੈਂ ਘਰ ਕਿਵੇਂ ਬੰਨ੍ਹਦੀ? ਘਰ ਤਾਂ ਖਿੰਡਦਾ ਜਾ ਰਿਹਾ ਸੀ। ਮੈਂ ਰਸੋਈ ਵਿੱਚ ਖੜੀ ਆਟਾ ਗੁੰਨ ਰਹੀ ਸੀ। ਕਿਸੇ ਨੇ ਕਦਮਾਂ ਦੀ ਆਹਟ ਸੁਣੀ। ਪਿੱਛੇ ਮੁੜੀ ਤਾਂ ਮੀਤ ਦਾ ਉਹੀ ਦੋਸਤ ਦਰਵਾਜ਼ੇ 'ਤੇ ਖੜਿਆ ਸੀ। ਮੈਂ ਘਬਰਾ ਗਈ। ਉਹਨੇ ਅੱਗੇ ਵੱਧ ਕੇ ਮੇਰਾ ਹੱਥ ਫੜਨਾ ਚਾਹਿਆ, ਪਰ ਮੈਂ ਉਹਨੂੰ ਧੱਕਾ ਦੇ ਕੇ ਡਰਾਇੰਗ ਰੂਮ ਵੱਲ ਦੌੜੀ। ਮੀਤ ਨਸ਼ੇ ਵਿੱਚ ਪਿਆ ਸੀ। ਮੈਂ ਉਹਨੂੰ ਹਲੂਣਦੀ ਰਹੀ, ਰੋਂਦੀ ਰਹੀ, ਪਰ ਉਹਨੂੰ ਕੋਈ ਸੁਰਤ ਨਹੀਂ ਸੀ। ਮੇਰੇ ਰੌਲਾ ਪਾ ਦੇਣ ਦੇ ਡਰੋਂ ਉਹ ਬੰਦਾ ਤਾਂ ਚਲਾ ਗਿਆ, ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਈ।
ਅਗਲੇ ਦਿਨ ਸਕੂਲ ਵੀ ਨਾ ਗਈ। ਬੁਖਾਰ ਨਾਲ ਪਿੰਡਾ ਤਪਦਾ ਰਿਹਾ। ਕਮਰੇ ਵਿੱਚ ਗਰਮੀ ਹੋਈ ਤਾਂ ਅਹਿਸਾਸ ਹੋਇਆ ਕਿ ਲਾਈਟ ਗਈ ਹੋਈ ਸੀ। ਏਸੀ ਬੰਦ ਹੋ ਗਿਆ। ਮੀਤ ਨੂੰ ਗਿਆ ਘੰਟੇ ਤੋਂ ਉੱਤੇ ਹੋਣ ਲੱਗਿਆ ਸੀ। ਮੈਂ ਜਾਣਦੀ ਸੀ ਉਹਨੇ ਰੋਜ਼ ਵਾਂਗ ਹੀ ਮੁੱਤਣਾ। ਅੱਧੀ ਰਾਤ ਨੂੰ ਉੱਠ ਕੇ ਬੇਮਤਲਬ ਗੇਟ ਅੱਗੇ ਆ ਕੇ ਖੜ੍ਹੀ ਆਂ। ਗਲੀ ਵਿੱਚ ਹਲਕਾ ਹਲਕਾ ਹਨੇਰਾ ਸੀ। ਕੋਈ ਬੰਦਾ ਤੁਰਿਆ ਫਿਰਦਾ ਦਿਸਦਾ। ਸਟਰੀਟ ਲਾਈਟ ਦੀ ਪੀਲੀ ਜਿਹੀ ਰੌਸ਼ਨੀ ਵਿੱਚ ਗਲੀ ਦਾ ਆਖਰੀ ਘਰ ਖੂਬਸੂਰਤ ਲੱਗ ਰਿਹਾ ਸੀ। ਵਿਆਹ ਹੈ ਉਸ ਘਰ ਵਿੱਚ, ਸੱਜਰਾ ਪੇਂਟ ਕੀਤਾ ਹੋਇਆ। ਮੈਨੂੰ ਯਾਦ ਆ ਸਾਡੇ ਵਿਆਹ ਮੌਕੇ ਮੀਤ ਨੇ ਕਲਰ ਸਿਲੈਕਸ਼ਨ ਲਈ ਮੈਨੂੰ ਪੁੱਛਿਆ ਸੀ। ਅਸੀਂ ਆਪਣੇ ਰੂਮ ਲਈ ਡਾਰਕ ਕਲਰ ਚੁਣਿਆ। ਸੂਹੇ ਰੰਗ ਮੁਹੱਬਤਾਂ ਦੇ ਹੁੰਦੇ ਮੀਤ। ਮੈਂ ਆਖਿਆ ਸੀ, ਸੱਚਮੁੱਚ ਮੁਹੱਬਤ ਬਿਨਾਂ ਹਰ ਰੰਗ ਫਿੱਕਾ ਹੁੰਦਾ। ਮੈਂ ਹੁਣ ਸੋਚਦੀ, ਕਾਸ਼ ਮੀਤ ਦਾ ਰਾਹ ਇੰਜ ਦੇਖਿਆ ਹੁੰਦਾ ਗੇਟ ਮੂਹਰੇ ਖੜ੍ਹ ਕੇ। ਕਾਸ਼ ਮੀਤ ਨੇ ਉਹ ਰਾਹ ਨਾ ਚੁਣਿਆ ਹੁੰਦਾ ਜਿਸ ਨੇ ਬਸ। ਮੈਂ ਇਸ ਰਾਹ ਚਾਹ ਕੇ ਨਹੀਂ ਸੀ ਤੁਰਿਆ ਡਿੰਪਲ, ਬਸ ਹਾਲਾਤ ਹੀ ਐਸੇ ਬਣਦੇ ਗਏ। ਮੰਮੀ ਪਾਪਾ ਬਾਹਰ ਚਲੇ ਗਏ ਬ੍ਰਦਰ ਕੋਲ। ਮੈਂ ਕਾਲਜ ਵਿੱਚ ਸੀ ਉਦੋਂ। ਪਹਿਲਾਂ ਪੜ੍ਹਨ ਦਾ ਬਹਾਨਾ ਬਣ ਗਿਆ, ਫਿਰ ਇੱਥੇ ਵਾਲੀ ਜਾਇਦਾਦ ਦਾ। ਮੈਂ ਇੰਡੀਆ ਰਿਹਾ। ਕੰਮ ਵਾਲੀ ਖਾਣਾ ਬਣਾ ਜਾਂਦੀ, ਸਫਾਈਆਂ ਵਾਲੀ ਸਫਾਈਆਂ ਕਰ ਜਾਂਦੀ। ਨਾ ਘਰ ਜਲਦੀ ਮੁੜਨ ਦੀ ਕਾਹਲ, ਨਾ ਲੇਟ ਆਉਣ 'ਤੇ ਕੋਈ ਡਾਂਟਣ ਵਾਲਾ। ਮੇਰੇ ਦੋਸਤ ਜਾਣਦੇ ਸੀ ਮੈਂ ਇਕੱਲਾ ਰਹਿੰਦਾ। ਉਹ ਮੇਰੇ ਵੱਲ ਬੈਠੇ ਸ਼ਰਾਬ ਪੀਂਦੇ ਰਹਿੰਦੇ। ਬਸ ਉਹੀ ਸੰਗਤ ਹੌਲੀ ਹੌਲੀ। ਮੀਤ ਦੀ ਆਪਣੀ ਕਹਾਣੀ ਸੀ। ਮੈਨੂੰ ਇਕੱਲ ਨੇ ਇੰਜ ਦਾ ਬਣਾ ਦਿੱਤਾ ਡਿੰਪਲ। ਉਹ ਆਖਦਾ, ਮੈਨੂੰ ਮੇਰੀ ਇਕੱਲ ਖਾਣ ਨੂੰ ਆਉਂਦੀ। ਆਖਿਰ ਮੇਰੀ ਹੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਤੁਸੀਂ? ਮੇਰੀ ਮਾਂ ਮੈਨੂੰ ਸੁਖੀ ਵਾਸਾ ਦੇਖਣਾ ਚਾਹੁੰਦੀ ਸੀ ਬਸ। ਮੈਂ ਅਕਸਰ ਮੀਤ ਨੂੰ ਪੁੱਛਦੀ, ਆਪਣੀ ਮਾਂ ਦਾ ਦੁੱਖ ਦੱਸਦੀ, ਪਰ ਜਵਾਬ ਕੀ ਸੀ ਮੀਤ ਕੋਲ? ਉਹਨੂੰ ਤਾਂ ਬਸ ਇੱਕ ਔਰਤ ਚਾਹੀਦੀ ਸੀ, ਰਾਤ ਗੁਜ਼ਾਰਨ ਲਈ, ਘਰ ਸਾਂਭਣ ਲਈ। ਉਹ ਮੈਂ ਹੁੰਦੀ ਜਾਂ ਹੋਰ, ਉਹਨੂੰ ਕੋਈ ਫਰਕ ਨਹੀਂ ਸੀ ਪੈਣਾ। ਹੁਣ ਕੀ ਫਰਕ ਪੈਂਦਾ ਰਾਜਵੀਰ? ਮੈਨੂੰ ਸ਼ਬਦ ਨਾ ਮਿਲਦੇ। ਮੈਂ ਹਰ ਪਲ ਰੱਜ ਕੇ ਜੀਣ ਦੀ ਕੋਸ਼ਿਸ਼ ਕਰਦੀ ਪਰ ਸਫਲ ਨਾ ਹੁੰਦੀ। ਅੰਦਰ ਕੁਝ ਖੁਰਦਾ ਰਹਿੰਦਾ ਸੀ। ਜ਼ੁਬਾਨ 'ਤੇ ਕਦੀ ਹੁਣ ਕੋਈ ਸ਼ਿਕਾਇਤ ਨਾ ਆਉਂਦੀ। ਮੰਮੀ ਨੂੰ ਵੀ ਹੁਣ ਕਦੀ ਕੁਝ ਨਹੀਂ ਸੀ ਦੱਸਦੀ। ਉਹ ਸ਼ੁਕਰ ਮਨਾਉਂਦੇ ਨੇ ਕਿ ਸੋਚਦੇ ਨੇ ਸ਼ਾਇਦ ਹੁਣ ਸਭ ਕੁਝ ਠੀਕ ਹੋ ਗਿਆ। ਕਹਿੰਦੇ ਨੇ ਬਸ ਧੀਏ, ਪਰਮਾਤਮਾ ਸਭ ਦਾ ਹੀ ਸੋਚਦਾ, ਆਪੇ ਸਿਆਣਾ ਬਣ ਜਾਣਾ ਉਹਨੇ। ਮੈਂ ਮੰਮੀ ਨੂੰ ਨਹੀਂ ਦੱਸਦੀ ਕਿ ਉਹ ਮੀਤ ਨੇ ਸਿਆਣਾ ਬਣਨ ਦੀ ਉਡੀਕ ਕਰਦੇ ਨੇ ਤਾਂ ਮੈਂ ਚੱਲਦਾ ਤੇਰੇ ਨਾਲ, ਆਪਾਂ ਮਿਲਦੇ ਹਾਂ ਕਿਸੇ ਡਾਕਟਰ ਨੂੰ। ਰਾਜਵੀਰ ਨੇ ਬਹੁਤ ਤਰਲੇ ਲਏ ਸੀ ਪਰ ਮੇਰਾ ਮਨ ਨਹੀਂ ਸੀ ਮੰਨਿਆ। ਮੈਂ ਸੋਚਦੀ ਕਿਸ ਲਈ? ਹੁਣ ਜਿਵੇਂ ਮਕਸਦ ਹੀ ਮੁੱਕ ਗਿਆ ਹੋਵੇ। ਮਕਸਦ ਲੱਭਣ ਲਈ ਹੀ ਮੈਂ ਦਿਸ਼ਾ ਸੈਂਟਰ ਨਾਲ ਜੁੜੀ ਸੀ। ਡੈਮੋ ਲੈਕਚਰ ਵਿੱਚ ਡਾਕਟਰ ਅਵਿਨਾਸ਼ ਨੇ ਬਹੁਤ ਡਿਟੇਲ ਵਿੱਚ ਸਮਝਾਇਆ ਸੀ ਕਿ ਸਾਰਾ ਕੁਝ ਏਡਜ਼ ਜਿਹਦੇ ਫੈਲਣ ਦੇ ਕਾਰਨ, ਬਚਾਅ ਅਤੇ ਇਹਦੇ ਇਲਾਜ। ਹਫ਼ਤਾ ਸਾਡੀ ਟ੍ਰੇਨਿੰਗ ਚੱਲੀ। ਸੈਂਟਰ ਨਾਲ ਜੁੜ ਕੇ ਪਤਾ ਲੱਗਿਆ ਏਡਜ਼ ਜਾਂ HIV ਮਰੀਜ਼ਾਂ ਦੀ ਗਿਣਤੀ ਬਹੁਤ ਆ। ਅਸੀਂ ਮਰੀਜ਼ ਨੂੰ ਤੰਦਰੁਸਤ ਅਤੇ ਆਮ ਵਰਗੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰਦੇ ਹਾਂ। ਸਮਝਾਉਂਦੇ ਹਾਂ ਕਿ ਐਸੀਆਂ ਅਣਗਿਣਤ ਉਦਾਹਰਨਾਂ ਜਿਨ੍ਹਾਂ ਨੇ HIV ਪੋਜ਼ੀਟਿਵ ਲੋਕ ਕਈ ਸਾਲਾਂ ਤੋਂ ਆਮ ਵਾਂਗੀ ਜ਼ਿੰਦਗੀ ਜੀ ਰਹੇ ਨੇ। ਮੈਨੂੰ ਇਹ ਸਭ ਚੰਗਾ ਲੱਗਦਾ। ਮਰੀਜ਼ ਦੇ ਚਿਹਰੇ ਦੀ ਖੁਸ਼ੀ ਮੈਨੂੰ ਊਰਜਾ ਦਿੰਦੀ ਸੀ। ਹੁਣ ਜਦ ਵੀ ਖੁਦ ਦੀ ਸ਼ਕਲ ਦੇਖਦੀ ਸ਼ੀਸ਼ੇ ਵਿੱਚ ਤਾਂ ਲੱਗਦਾ ਜਿਵੇਂ ਕੋਈ ਹੋਰ ਹੋਵਾਂ। ਸ਼ਾਇਦ ਮੈਂ ਖੁਦ ਨੂੰ ਹੀ ਖੁਦ ਦੇ ਅੰਦਰੋਂ ਮਾਰ ਲਿਆ ਸੀ। ਮੈਂ ਕਿੰਨਾ ਚਿਰ ਹੋਰ ਜੀ ਸਕਦਾ ਡਾਕਟਰ? ਮੀਤ ਨੇ ਡਾਕਟਰ ਅਵਿਨਾਸ਼ ਨੂੰ ਪੁੱਛਿਆ। ਡਾਕਟਰ ਅਵਿਨਾਸ਼ ਨੇ ਇੱਕ ਛੇੜ ਲਈ ਮੇਰੇ ਵੱਲ ਦੇਖਿਆ। ਸਭ ਤੋਂ ਪਹਿਲਾਂ ਡਰੱਗਜ਼ ਛੱਡੋ, ਇਹ ਬੇਹੱਦ ਜ਼ਰੂਰੀ ਆ। ਉਸ ਨੇ ਕਈ ਸਾਰੀਆਂ ਦਵਾਈਆਂ ਲਿਖ ਕੇ ਦਿੱਤੀਆਂ। ਮੈਨੂੰ ਵੀ ਬਲੱਡ ਟੈਸਟ ਕਰਵਾਉਣ ਲਈ ਆਖਿਆ, ਪਰ ਮੈਂ ਨਾ ਮੰਨੀ। ਜੋ ਵੀ ਹੋਏਗਾ ਮੈਨੂੰ ਉਹਦਾ ਕੋਈ ਡਰ ਨਹੀਂ। ਮੈਂ ਮਨ ਵਿੱਚ ਸੋਚ ਲਿਆ ਕਿ ਮੈਂ ਮੀਤ ਨੂੰ ਹੌਸਲਾ ਦਿੰਦੀ ਅਤੇ ਤਕੜੇ ਹੋਣ ਲਈ ਪ੍ਰੇਰਦੀ। ਮੀਤ, ਆਪਾਂ ਦੂਜਿਆਂ ਲਈ ਪ੍ਰੇਰਨਾ ਬਣੀਏ। ਤੂੰ ਬਾਹਰ ਆ ਇਸ ਦਲਦਲ 'ਚੋਂ, ਫਿਰ ਆਪਾਂ ਹੋਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ। ਆਪਾਂ ਦੋਵੇਂ ਮਿਲ ਕੇ। ਮੈਨੂੰ ਮੇਰੇ ਵਰਗੀਆਂ ਸੈਂਕੜੇ ਹਜ਼ਾਰਾਂ ਔਰਤਾਂ ਦੀ ਹੋਣੀ ਦਿਸਣ ਲੱਗਦੀ, ਪਰ ਮੀਤ ਖੁਦ ਨੂੰ ਬਦਲ ਨਾ ਸਕਿਆ। ਮੈਂ ਯਤਨ ਕਰਨਾ ਛੱਡ ਦਿੱਤਾ। ਦੂਜੀ ਵਾਰ ਮੈਂ ਵੀ ਡਾਕਟਰ ਅਵਿਨਾਸ਼ ਕੋਲ ਦਿਸ਼ਾ ਸੈਂਟਰ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ। ਫਾਰਮ ਭਰਿਆ, ਡੈਮੋ ਕਲਾਸ ਲਗਾਈ। ਮੇਰੇ ਵਰਗੇ ਕਈ ਹੋਰ ਵਲੰਟੀਅਰ ਦਿਸ਼ਾ ਸੈਂਟਰ ਲਈ ਕੰਮ ਕਰਦੇ ਨੇ।
ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਲਈ ਦਿਸ਼ਾ ਦੇਣਾ ਹੀ ਸਾਡੀ NGO ਦਾ ਮੋਟੋ ਹੈ। ਹੁਣ ਜਲਦੀ NGO ਬੇਆਸਰਿਆਂ ਲਈ ਘਰ ਬਣਾ ਰਿਹਾ। ਕਿੰਨੀ ਹੀ ਦੇਰ ਘਰ ਤੋਂ ਬਾਹਰ ਖੜੀ ਹਾਂ। ਹਨੇਰਾ ਹੋਰ ਗੂੜਾ ਹੋ ਚੁੱਕਿਆ। ਗੇਟ ਬੰਦ ਕਰਕੇ ਮੁੜ ਡਰਾਇੰਗ ਰੂਮ ਵਿੱਚ ਆ ਬੈਠੀ। ਲਾਈਟ ਵੀ ਆ ਗਈ। ਇੱਕ ਪਲ ਲਈ ਸੋਚਦੀ ਹਾਂ ਰੋਟੀ ਬਣਾ ਕੇ ਖਾ ਲਵਾਂ, ਫਿਰ ਖੁਦ ਹੀ ਇਸ ਗੱਲ ਨੂੰ ਖਾਰਿਜ ਕਰਦੀ ਹਾਂ। ਰੋਟੀ ਦੀ ਜ਼ਰੂਰਤ ਨਹੀਂ ਬਹੁਤੀ, ਦੁੱਧ ਦਾ ਗਲਾਸ ਪੀ ਲਵਾਂਗੀ ਸੌਣ ਲੱਗਿਆਂ। ਮੀਤ ਨੇ ਤਾਂ ਪਤਾ ਨਹੀਂ ਕਦੋਂ ਮੁੜਨਾ। ਉੱਠ ਕੇ ਅਲਮਾਰੀ 'ਚੋਂ ਮਰੀਜ਼ਾਂ ਦੇ ਕੇਸ ਸਟੱਡੀ ਕਰਨ ਵਾਲੀ ਫਾਈਲ ਕੱਢ ਲੈਂਦੀ ਹਾਂ। ਨਵੇਂ ਮਰੀਜ਼ਾਂ ਦੇ ਕੇਸ ਪੜ੍ਹਦੀ ਹਾਂ। ਫਾਈਲ ਦੇ ਆਖਿਰ ਵਿੱਚ ਮੀਤ ਦਾ ਕੇਸ ਪਿਆ ਸੀ। ਇੱਕ ਵਾਰ ਫਿਰ ਦੁਬਾਰਾ ਫਾਰਮ 'ਤੇ ਨਜ਼ਰ ਮਾਰਦੀ ਹਾਂ। ਕਈ ਵਾਰ ਪੜ੍ਹਿਆ, ਫਿਰ ਪੜ੍ਹਦੀ। ਨਾਲ ਉਹਦੀ ਬਲੱਡ ਰਿਪੋਰਟ ਅਟੈਚ ਆ। ਰਿਪੋਰਟ ਰਿਜ਼ਲਟ HIV ਪੋਜ਼ਿਟਿਵ। ਰੂਟਸ ਇਫੈਕਟਿਡ ਨੀਡਲਸ। ਅੱਗੇ ਪਤੀ ਪਤਨੀ ਜਾਂ ਵਾਲਾ ਖਾਨਾ ਖਾਲੀ। ਮੈਂ ਆਪਣਾ ਬਲੱਡ ਟੈਸਟ ਨਹੀਂ ਕਰਵਾਇਆ। ਜਾਣਦੀ ਹਾਂ ਮੀਤ ਹਰ ਪਲ ਮੋੜ ਵੱਲ ਸਰਕਦਾ ਪਿਆ। ਨਸ਼ਿਆਂ ਨੇ ਉਹਦੀ ਦੇਹ ਨੂੰ ਤਬਾਹ ਕਰ ਸੁੱਟਿਆ। ਉਸ ਦੀ ਰੋਗ ਪ੍ਰਤੀਰੋਧ ਸ਼ਕਤੀ ਬਹੁਤੀ ਨਹੀਂ ਆ। ਉਹਨੇ ਨਸ਼ੇ ਛੱਡਣ ਦੀ ਕੋਸ਼ਿਸ਼ ਮੁੜ ਕੀਤੀ, ਪਰ ਹੁਣ ਨਸ਼ੇ ਉਸ ਨੂੰ ਨਹੀਂ ਸੀ ਛੱਡਣਾ ਚਾਹੁੰਦੇ। ਅੱਜ ਕੱਲ੍ਹ ਮੀਤ ਜਦੋਂ ਵੀ ਮੇਰੇ ਤੋਂ ਪੈਸੇ ਮੰਗਦਾ ਤਾਂ ਮੈਂ ਕਦੇ ਨਾ ਕਰਦੀ। ਉਹਦੀ ਕੋਈ ਵੀ ਗੱਲ ਹੁਣ ਮੈਨੂੰ ਬੁਰੀ ਨਹੀਂ ਸੀ ਲੱਗਦੀ। ਮੈਂ ਜਾਣਦੀ ਹਾਂ ਅੱਗੇ ਖੂਹ ਆ, ਪਿੱਛੇ ਖਾਈ। ਮੀਤ ਦੋਨਾਂ ਵਿੱਚੋਂ ਕਿਸੇ ਵਿੱਚ ਵੀ ਡਿੱਗ ਸਕਦਾ, ਪਰ ਹੁਣ ਮੈਂ ਨਾ ਉਸ ਨੂੰ ਪਿੱਛੇ ਮੁੜਨ ਨੂੰ ਕਹਿੰਦੀ ਹਾਂ ਅਤੇ ਨਾ ਅੱਗੇ ਵਧਣ ਤੋਂ ਰੋਕਦੀ ਹਾਂ। ਸ਼ਾਇਦ ਹੁਣ ਬਹੁਤ ਦੇਰ ਹੋ ਚੁੱਕੀ ਸੀ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਜੇ ਪੰਜਾਬੀ ਆਵਾਜ਼ ਕਹਾਣੀਆਂ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।